बुलाओ फतेह। वाहिगुरु जी का खालसा, वाहिगुरु जी की फतेह। कल रोज़ आपां इतिहास ਦੀ विचार ਸਾਂਝੀ ਕਰਦਿਆਂ ਹੋਇਆਂ ਇਹ ਵਿਚਾਰ ਕੀਤੀ ਸੀ ਕਿ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਰ ਇੱਕ ਸਿੱਖ ਨੂੰ ਪ੍ਰਚਾਰਕ ਬਣਾਇਆ। ਹਰ ਇੱਕ ਸਿੱਖ ਜਿਹੜਾ ਹੈ ਉਹ ਪ੍ਰਚਾਰਕ ਹੈ। ਬਾਣੀ ਪੜ੍ਹਨੀ, ਬਾਣੀ ਦੀ ਵਿਚਾਰ ਕਰਨੀ, ਬਾਣੀ ਨੂੰ ਸਮਝਣਾ, ਬਾਣੀ ਨੂੰ ਸੁਣਨਾ, ਬਾਣੀ ਨੂੰ ਜਿਉਣਾ ਹਰ ਇੱਕ ਸਿੱਖ ਦਾ ਫਰਜ਼ ਹੈ। ਗੁਰੂ ਰਾਮਦਾਸ ਮਹਾਰਾਜ ਨੇ ਇਹ ਆਖਿਆ ਵੀ ਸਿੱਖ ਕੌਣ ਹੈ, ਸਿੱਖ ਦੀ ਡੈਫੀਨੇਸ਼ਨ ਕੀ ਹੈ, ਪਰਿਭਾਸ਼ਾ ਕੀ ਸਿੱਖ ਦੀ। ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹ ਬਚਨ ਕਰ ਦਿੱਤਾ ਕਿ ਸਿੱਖ ਕੌਣ ਹੈ। ਮਹਾਰਾਜ ਬੜੀ ਕਿਰਪਾ ਕਰਦੇ ਨੇ ਰੱਬੀ ਬਾਣੀ ਅੰਦਰ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਦਾਵਾ ਕਰਦਾ ਹੈ ਕਿ ਮੈਂ ਗੁਰੂ ਦਾ ਸਿੱਖ ਹਾਂ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਇਹ ਸਿੱਖ ਦੇ ਜੀਵਨ ਦਾ ਕਿਰਦਾਰ ਹੈ। ਰੋਜ਼ਾਨਾ ਸਤ ਸੰਗਤ ਕਰਨੀ, ਬਾਣੀ ਪੜ੍ਹਨੀ, ਬਾਣੀ ਸੁਣਨੀ ਤੇ ਬਾਣੀ ਮੁਤਾਬਕ ਗੁਰੂ ਦੇ ਆਸ਼ੇ ਅਨੁਸਾਰ ਜੀਵਨ ਬਤੀਤ ਕਰਨਾ ਹੀ ਸਿੱਖ ਦੀ ਪਰਿਭਾਸ਼ਾ ਹੈ। ਗੁਰੂ ਤੋਂ ਬਿਨਾਂ ਸਿੱਖ ਅਧੂਰਾ ਹੈ। ਜੇ ਸਿੱਖ ਦੇ ਜੀਵਨ ਵਿੱਚ ਗੁਰੂ ਦਾ ਉਪਦੇਸ਼ ਨਹੀਂ, ਗੁਰੂ ਦੀ ਸਿੱਖਿਆ ਨਹੀਂ, ਤਾਂ ਫਿਰ ਉਹ ਗੁਰਸਿੱਖ ਸ਼ਬਦ ਨਹੀਂ ਵਰਤ ਸਕਦਾ। ਗੁਰਸਿੱਖ ਸ਼ਬਦ ਉਹਦੇ ਨਾਲ ਹੀ ਜੁੜਦਾ ਹੈ ਜਿਹਦੇ ਜੀਵਨ ਵਿੱਚ ਗੁਰੂ ਦੀ ਸਿੱਖਿਆ ਹੋਵੇ। ਕਈ ਵਾਰੀ ਆਪਾਂ ਸਟੇਜਾਂ ਤੋਂ ਇਹ ਸ਼ਬਦ ਵਰਤ ਦਿੰਦੇ ਹਾਂ ਕਿ ਫਲਾਣਾ ਮਨੁੱਖ ਬੜਾ ਗੁਰਸਿੱਖ ਸੀ, ਤੇ ਸਿੱਖੀ ਉਹਦੇ ਜੀਵਨ ਵਿੱਚ ਨੇੜੇ ਤੇੜੇ ਵੀ ਨਹੀਂ ਹੁੰਦੀ। ਕਈ ਵਾਰੀ ਇਹ ਸ਼ਬਦ ਆਪਾਂ ਵਰਤ ਦਿੰਦੇ ਹਾਂ ਭਾਈ ਗੁਰਦਾਸ ਜੀ ਦਾ ਆਮ, ਬਹੁਤ ਸਾਰੇ ਸੱਜਣਾਂ ਨੂੰ ਪਤਾ ਹੀ ਨਹੀਂ ਹੁੰਦੇ ਅਰਥ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਤੇ ਭਾਵੇਂ ਅਗਲਾ ਸਾਰੀ ਜ਼ਿੰਦਗੀ ਗੁਰਦੁਆਰੇ ਨਾ ਆਇਆ ਹੋਵੇ ਤੇ ਗੁਰਮੁਖ ਦੀ ਉਹਨੂੰ ਪਰਿਭਾਸ਼ਾ ਨਾ ਪਤਾ ਹੋਵੇ, ਕੰਮ ਸਾਰੀ ਜ਼ਿੰਦਗੀ ਮਨਮੁਖਾਂ ਵਾਲੇ ਕੀਤੇ ਹੋਣ, ਤੇ ਆਪਾਂ ਕਈ ਵਾਰੀ ਝੂਠੀ ਖੁਸ਼ਾਮਦ, ਝੂਠੀ ਵਡਿਆਈ ਐਵੇਂ ਕਰੀ ਜਾਂਦੇ ਹਾਂ ਸਟੇਜਾਂ ਦੇ ਉੱਤੋਂ, ਜੋ ਕਿ ਗੁਰੂ ਦੀ ਹਜ਼ੂਰੀ ਵਿੱਚ ਇਹੋ ਜਿਹੇ ਸ਼ਬਦ ਵਰਤਨੇ ਬੜਾ ਵੱਡਾ ਗੁਨਾਹ ਹੈ। ਕਿਉਂਕਿ ਜੇ ਅਗਲੇ ਮਨੁੱਖ ਦੇ ਜੀਵਨ ਵਿੱਚ ਇਹ ਹੈ ਹੀ ਨਹੀਂ ਗੁਣ, ਤਾਂ ਆਪਾਂ ਕਿਉਂ ਉਹਨੂੰ ਕਹਿ ਰਹੇ ਹਾਂ। ਸਿੱਖ ਸ਼ਬਦ ਫਿਰ ਕਾਫੀ ਹੈ, ਗੁਰਸਿੱਖ ਸ਼ਬਦ ਵੀ ਨਹੀਂ, ਕਿਉਂਕਿ ਗੁਰਸਿੱਖ ਸ਼ਬਦ ਉਹਦੇ ਵਾਸਤੇ ਜਿਹੜਾ ਗੁਰੂ ਦੀ ਸਿੱਖਿਆ ਨੂੰ ਕਮਾ ਰਿਹਾ ਹੈ, ਗੁਰੂ ਦੇ ਦੱਸੇ ਰਾਹ 'ਤੇ ਚੱਲ ਰਿਹਾ। ਖੈਰ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਬਚਨ ਕੀਤੇ, ਘਰ ਘਰ ਅੰਦਰ ਧਰਮਸ਼ਾਲ। ਭਾਈ ਗੁਰਦਾਸ ਜੀ ਨੇ ਆਖਿਆ ਬਾਬਾ ਨਾਨਕ ਦਾ ਸੁਪਨਾ ਸੀ ਵੀ ਹਰ ਘਰ ਗੁਰਦੁਆਰਾ ਬਣ ਜਾਵੇ ਤੇ ਹਰ ਸਿੱਖ ਪ੍ਰਚਾਰਕ ਬਣ ਜਾਵੇ, ਤੇ ਬਣੇ ਵੀ। ਮਹਾਰਾਜ ਨੇ ਜਿੱਥੇ ਜਿੱਥੇ ਵੀ ਜਾ ਕੇ ਉਪਦੇਸ਼ ਦਿੱਤਾ, ਸੱਜਣ ਠੱਗ ਨਹੀਂ ਰਹੇ, ਫਿਰ ਸੱਜਣ ਬਣ ਗਏ। ਮਲਕ ਭਾਗੋ ਵਰਗੇ ਜਿਹੜੇ ਹੰਕਾਰੀ ਸਨ, ਉਹ ਹੰਕਾਰ ਨੂੰ ਤਿਆਗ ਕੇ ਤੇ ਚਰਨਾਂ ਦਾ ਭੌਰਾ ਬਣ ਗਏ। ਕੌਡੇ ਰਾਖਸ਼ ਵਰਗੇ ਆਪਣੇ ਅੰਦਰੋਂ ਰਾਖਸ਼ਸ ਬਿਰਤੀ ਖਤਮ ਕਰਕੇ ਇੱਕ ਚੰਗੇ ਇਨਸਾਨ ਪ੍ਰਚਾਰਕ ਬਣ ਗਏ। ਤਾਂ ਬਹੁਤ ਮਨੁੱਖ ਐਸੇ ਸਨ ਜਿਨ੍ਹਾਂ ਦਾ ਜੀਵਨ ਜਿਹੜਾ ਹੈ ਉਹ ਬੜਾ ਭੈੜਾ ਸੀ, ਪਰ ਮਹਾਰਾਜ ਨੇ ਉਪਦੇਸ਼ ਦੇ ਕੇ ਉਹਨਾਂ ਦੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ। ਇਹ ਪਰੰਪਰਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਰੰਭ ਕੀਤੀ ਸੀ। ਅੱਗੇ ਪਰੰਪਰਾ ਇਹ ਚੱਲਦੀ ਰਹੀ।
ਧੰਨ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਇੱਕ ਸਿੱਖ ਹੀ ਬਣ ਕੇ ਗਏ ਸਨ। ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਜੁੜੇ ਅਤੇ ਗੁਰੂ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਕਮਾਇਆ। ਜਿੱਦਣ ਕਮਾਇਆ, ਜਿੱਦਣ ਉਹਨਾਂ ਦੇ ਜੀਵਨ ਵਿੱਚੋਂ ਗੁਰ ਉਪਦੇਸ਼ ਦੀ ਝਲਕ ਦਿਖਾਈ ਦੇਣ ਲੱਗੀ, ਉਦਣ ਗੁਰੂ ਨਾਨਕ ਦੇਵ ਜੀ ਨੇ ਮੱਥਾ ਟੇਕ ਦਿੱਤਾ। ਪੁੱਛਿਆ ਸੀ ਸਿੱਧਾਂ ਨੇ, ਇਹ ਬਾਬਾ ਨਾਨਕ ਵੱਡੇ ਵੱਡੇ ਰਾਖਸ਼ਸ, ਵੱਡੇ ਵੱਡੇ ਜੋਗੀ, ਸੰਨਿਆਸੀ, ਤਪੱਸੀ, ਵੱਡੇ ਵੱਡੇ ਕਾਜੀ, ਪੁਜਾਰੀ, ਬਾਹਮਣ, ਪੰਡਤ ਸਭ ਤੁਹਾਡੇ ਅੱਗੇ ਮੱਥਾ ਟੇਕਦੇ ਨੇ, ਸੀਸ ਝੁਕਾਉਂਦੇ ਨੇ, ਵੱਡੇ ਵੱਡੇ ਰਾਜੇ ਮਹਾਰਾਜੇ, ਪਰ ਇਹ ਬਾਬਾ ਨਾਨਕ ਜੀ ਤੁਹਾਡਾ ਸੀਸ ਵੀ ਕਿਸੇ ਅੱਗੇ ਕਦੀ ਝੁਕੇਗਾ? ਅਤੇ ਬਾਬੇ ਨਾਨਕ ਨੇ ਆਖਿਆ ਸੀ, ਮੇਰਾ ਸੀਸ ਉਸ ਅੱਗੇ ਝੁਕੇਗਾ ਜਿੰਦਾ ਸੀਸ ਇੱਕ ਮਾਲਕ ਅੱਗੇ ਝੁਕੇਗਾ। ਔਰ ਸੱਚ ਹੈ, ਬਾਬਾ ਲਹਿਣਾ ਜੀ ਅੱਗੇ ਉਦਣ ਸੀਸ ਝੁਕ ਗਿਆ ਸੀ ਜਿੱਦਣ ਬਾਬਾ ਲਹਿਣਾ ਜੀ ਉਸ ਮਾਲਕ ਦਾ ਰੂਪ ਹੋ ਗਏ ਸਨ। ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਵੀ ਇੱਕ ਸਿੱਖ ਬਣ ਕੇ ਹੀ ਆਏ ਸਨ। ਜਿੱਦਣ ਪਹਿਲੇ ਦਿਨ ਆਏ ਅਤੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਬਾਰ ਵਿੱਚ ਬੈਠੇ ਨੇ, ਬਾਬਾ ਅਮਰਦਾਸ ਜੀ ਆਏ ਨੇ, ਕੁੜਮ ਲੱਗਦੇ ਨੇ, ਰਿਸ਼ਤੇਦਾਰੀ ਵਿੱਚ ਕੁੜਮਾਚਾਰੀ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਉੱਠ ਕੇ ਮਿਲਣ ਲੱਗੇ। ਬਾਬਾ ਅਮਰਦਾਸ ਜੀ ਨੇ ਹੱਥ ਜੋੜੇ, ਕਹਿਣ ਲੱਗੇ, ਸਤਿਗੁਰੂ ਅੱਜ ਕੁੜਮਾਚਾਰੀ ਵਜੋਂ ਨਹੀਂ, ਇੱਕ ਸਿੱਖ ਬਣ ਕੇ ਆਇਆ ਵਾਂ ਗੁਰੂ ਦੇ ਕੋਲ। ਕਹਿਣ ਲੱਗੇ, ਫਿਰ ਜੇ ਸਿੱਖ ਬਣ ਕੇ ਆਏ ਹੋ ਫਿਰ ਸਿੱਖੀ ਕਮਾਉਣੀ ਪਵੇਗੀ, ਅਤੇ ਸਿੱਖੀ ਕਮਾਉਣ ਲੱਗਿਆ ਸਮਾਂ ਲੱਗੇਗਾ। ਜਿੱਦਣ ਅਸਲ ਵਾਕਈ ਸਿੱਖ ਬਣ ਗਏ ਉਦਣ ਤੁਹਾਨੂੰ ਗਲਵੱਕੜੀ ਵਿੱਚ ਲਵਾਂਗਾ। ਧੰਨ ਗੁਰੂ ਗੁਰੂ ਅਮਰਦਾਸ ਬਣ ਗਏ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਮੱਥਾ ਟੇਕ ਦਿੱਤਾ। ਹੁਣ ਉਹੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਿਰਧ ਹੋ ਗਏ ਨੇ, ਆਪ ਨਹੀਂ ਜਾ ਸਕਦੇ ਪ੍ਰਚਾਰ ਕਰਨ ਵਾਸਤੇ। ਗੁਰੂ ਪਿਆਰ ਵਾਲਿਓ, ਦੇਸ਼ ਨੂੰ 22 ਹਿੱਸਿਆਂ ਵਿੱਚ ਵੰਡ ਦਿੱਤਾ ਅਤੇ ਉਹਨਾਂ 22 ਹਿੱਸਿਆਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ 22 ਯੋਗ ਸੂਝਵਾਨ ਵਿਦਵਾਨ ਉਹ ਥਾਪੇ ਗਏ, ਜਿਨ੍ਹਾਂ ਨੂੰ 22 ਮੰਜੀਆਂ ਆਖਿਆ ਗਿਆ। ਉਹ ਮੰਜੀ 'ਤੇ ਬੈਠ ਕੇ ਪ੍ਰਚਾਰ ਕਰਦੇ ਹੁੰਦੇ ਸਨ ਅਤੇ ਬਜ਼ੁਰਗ ਹੁੰਦੇ ਸਨ। 22 ਮੰਜੀਆਂ ਥਾਪੀਆਂ ਗੁਰੂ ਅਮਰਦਾਸ ਮਹਾਰਾਜ ਜੀ ਨੇ। ਉਸ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਫਿਰ ਕਿਰਪਾ ਕੀਤੀ। ਗੁਰੂ ਘਰ ਦੀ ਉਸਾਰੀ ਹੋ ਰਹੀ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਪਾਵਨ ਉਸਾਰੀ ਚੱਲ ਰਹੀ ਹੈ। ਮਾਇਆ ਦੀ ਵੀ ਲੋੜ ਹੈ। ਗੁਰੂ ਕੇ ਲੰਗਰ ਚੱਲਦੇ ਸਨ। ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਕ ਹੋਰ ਵਾਅਦਾ ਕੀਤਾ। ਗੁਰਦੇਵ ਪਾਤਸ਼ਾਹ ਜੀ ਨੇ ਉਸ ਸਮੇਂ ਮਸੰਦ ਥਾਪ ਦਿੱਤੇ। ਬੜੇ ਉੱਚੇ ਕਰਤਾਰ ਦੇ, ਬੜੇ ਜੀਵਨ ਵਾਲੇ ਸੂਝਵਾਨ ਇਹ ਹੁੰਦੇ ਸਨ। ਮਹਾਰਾਜ ਨੇ ਇਹਨਾਂ ਨੂੰ ਥਾਪਿਆ। ਮਸੰਦ ਸ਼ਬਦ ਜਿਹੜਾ ਹੈ ਮਸਨਦ ਸ਼ਬਦ ਤੋਂ ਬਣਿਆ। ਮਸਨਦ ਸ਼ਬਦ ਫਾਰਸੀ ਦਾ ਸ਼ਬਦ ਹੈ ਅਤੇ ਇਸ ਮਸਨਦ ਸ਼ਬਦ ਤੋਂ ਵਿਗੜਿਆ ਹੋਇਆ ਸ਼ਬਦ ਹੈ ਮਸੰਦ। ਮਸਨਦ ਦਾ ਸ਼ਬਦ ਦਾ ਅਰਥ ਹੈ ਗੱਦੀ, ਸਿੰਘਾਸਣ। ਮਸਨਦ ਨਸ਼ੀਨ, ਸਿੰਘਾਸਣ 'ਤੇ ਬੈਠਣ ਵਾਲਾ। ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਇਹਨਾਂ ਮਸੰਦਾਂ ਦੀ ਇੱਕ ਡਿਊਟੀ ਲਾ ਦਿੱਤੀ ਵੀ ਤੁਸੀਂ ਦੂਰ ਦੁਰਾੜੇ ਤੱਕ, ਕਿਉਂਕਿ ਇੱਥੇ ਗੱਲ ਸਮਝਣ ਵਾਲੀ ਹੈ ਨਾ, ਤੇ ਕਈ ਸਿੱਖ ਐਸੇ ਸਨ ਜਿਹੜੇ ਹਰ ਸਮੇਂ ਗੁਰੂ ਕੋਲ ਆ ਸਕਦੇ ਸਨ, ਕਿਉਂਕਿ ਅੱਜ ਵਰਗੇ ਸਾਧਨ ਨਹੀਂ ਸਨ। ਕਿੰਨਾ ਕਿੰਨਾ ਸਮਾਂ ਲੱਗ ਜਾਂਦਾ ਸੀ। ਨਾ ਤੇ ਸਿੱਖ ਹੀ ਆ ਸਕਦੇ ਸਨ ਹਮੇਸ਼ਾ ਗੁਰੂ ਕੋਲ, ਅਤੇ ਨਾ ਹੀ ਗੁਰੂ ਆਪ ਸਾਰੇ ਸਿੱਖਾਂ ਕੋਲ ਤੁਰ ਕੇ ਜਾ ਸਕਦਾ ਸੀ। ਅਤੇ ਗੁਰੂ ਨੇ ਫਿਰ ਇੱਕ ਕਿਰਪਾ ਕੀਤੀ, ਮਸੰਦ ਥਾਪੇ ਅਤੇ ਉਹਨਾਂ ਨੂੰ ਵੱਖ-ਵੱਖ ਜਗ੍ਹਾ ਦੀ ਸੰਗਤ ਜਿਹੜੀ ਹੈ ਦਿੱਤੀ ਵੀ ਇਸ ਇਲਾਕੇ ਦੀ ਸੰਗਤ ਅਤੇ ਉੱਥੋਂ ਦੀ ਉਗਰਾਹੀ ਤੁਸੀਂ ਲੈ ਕੇ ਆਉਣੀ ਹੈ, ਨਾਲੇ ਤੁਸੀਂ ਗੁਰਮਤਿ ਦਾ ਪ੍ਰਚਾਰ ਕਰਨਾ। ਹੁਣ ਗੁਰੂ ਨੇ ਜੇ ਉਹਨਾਂ ਨੂੰ ਥਾਪਿਆ ਸੀ ਅਤੇ ਆਮ ਸੰਗਤਾਂ ਵਿੱਚ ਉਹਨਾਂ ਦਾ ਬੜਾ ਸਨਮਾਨ ਸੀ। ਲੋਕ ਆਖਦੇ ਹੁੰਦੇ ਸਨ ਇਹ ਗੁਰੂ ਕੇ ਨੇ, ਗੁਰੂ ਨੇ ਇਹਨਾਂ ਨੂੰ ਥਾਪਿਆ। ਲੋਕਾਂ ਵਿੱਚ ਉਹਨਾਂ ਦਾ ਬੜਾ ਸਨਮਾਨ ਹੋਣ ਲੱਗ ਗਿਆ। ਲੋਕ ਉਹਨਾਂ ਨੂੰ ਬੜੀ
ਚੰਗੀ ਨਜ਼ਰ ਨਾਲ ਵੇਖਦੇ ਸਨ, ਉਹਨਾਂ ਦਾ ਸਨਮਾਨ ਕਰਦੇ ਸਨ, ਸਤਿਕਾਰ ਕਰਦੇ ਸਨ। ਜਿਸ ਤਰ੍ਹਾਂ ਗੁਰੂ ਦਾ ਸਤਿਕਾਰ ਕਰਦੇ ਸਨ, ਇਸੇ ਤਰ੍ਹਾਂ ਹੀ ਮਸੰਦਾਂ ਦਾ ਸਤਿਕਾਰ ਹੁੰਦਾ ਸੀ। ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਜਦੋਂ ਗੱਦੀ 'ਤੇ ਬੈਠੇ ਨੇ, ਵਿਰਾਜਮਾਨ ਹੋਏ ਨੇ, ਉਸ ਤੋਂ ਬਾਅਦ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਗੱਦੀ 'ਤੇ ਵਿਰਾਜਮਾਨ ਕੀਤਾ, ਤੇ ਇਸ ਘਰ ਦੇ ਵਿੱਚ ਇੱਕ ਝਗੜਾ ਸ਼ੁਰੂ ਹੋ ਗਿਆ। ਬਾਬਾ ਪ੍ਰਿਥੀ ਚੰਦ ਆਖਦਾ ਹੈ ਵੀ ਮੈਂ ਵੱਡਾ ਵਾਂ, ਗੱਦੀ ਮੈਨੂੰ ਚਾਹੀਦੀ। ਹਾਲਾਂਕਿ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਬਾਬਾ ਲਹਿਣਾ ਜੀ ਨੂੰ ਥਾਪਿਆ ਸੀ ਨਾ, ਉਦੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਪੁੱਤਰਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਸੀ। ਬਾਬਾ ਸ਼੍ਰੀ ਚੰਦ, ਉਹਨਾਂ ਨੇ ਵੀ ਆਖਿਆ ਸੀ ਵੀ ਅਸੀਂ ਹੱਕਦਾਰ ਹਾਂ, ਪਿਤਾ ਦੀ ਜਿਹੜੀ ਜਾਇਦਾਦ ਹੁੰਦੀ ਹੈ, ਵਿਰਾਸਤ ਹੁੰਦੀ ਹੈ, ਉਹਦੇ ਮਾਲਕ ਪੁੱਤਰ ਹੋਇਆ ਕਰਦੇ ਨੇ। ਪਰ ਸ਼ਾਇਦ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਇੱਕ ਸਿੱਖ ਨੂੰ ਗੱਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਿੱਤੀ ਸੀ। ਉਹ ਪੁੱਤਰਾਂ ਦੀ ਵਿਰੋਧਤਾ ਦਾ ਹੀ ਕਾਰਨ ਸੀ ਕਿ ਕਰਤਾਰਪੁਰ ਛੱਡ ਕੇ ਬਾਬਾ ਲਹਿਣਾ ਜੀ ਨੂੰ ਖਡੂਰ ਆ ਕੇ ਵਸਾਉਣਾ ਪਿਆ। ਤੇ ਮਹਾਰਾਜ ਦੀ ਰੱਬੀ ਬਾਣੀ ਵਿੱਚ ਵੀ ਬਚਨ ਆਉਂਦਾ ਹੈ ਵੀ ਗੱਦੀ ਪੁੱਤਰਾਂ ਨੂੰ ਕਿਉਂ ਨਾ ਮਿਲੀ, ਕਿਉਂਕਿ ਪੁੱਤਰੀ ਕੌਲ ਨਾ ਪਾਲਿਓ। ਪੁੱਤਰ ਇਸ ਭੁਲੇਖੇ ਵਿੱਚ ਰਹੇ ਵੀ ਇਹ ਗੱਦੀ ਤਾਂ ਸਾਡੇ ਘਰ ਦੀ ਦਾਤ ਹੈ, ਸਾਨੂੰ ਹੀ ਮਿਲੇਗੀ। ਪਰ ਨਹੀਂ, ਬਾਬੇ ਨਾਨਕ ਨੇ ਵੇਖਿਆ ਸੀ ਵੀ ਜਿਹੜਾ ਮਨੁੱਖ ਮੇਰੀ ਵਿਚਾਰਧਾਰਾ 'ਤੇ ਜਾਂ ਉਸ ਕਰਤੇ ਦੀ ਸੋਚ ਦੇ ਉੱਤੇ ਪਹਿਰਾ ਦਿੰਦਾ ਏ, ਉਹੀ ਇਸ ਗੱਦੀ ਦਾ ਮਾਲਕ ਹੈ। ਇਹ ਗੱਦੀ ਕੋਈ ਸੰਸਾਰੀ ਗੱਦੀ ਨਹੀਂ। ਇੱਥੇ ਤਾਂ ਉਹ ਚਾਹੀਦਾ ਜਿਹੜਾ ਵਾਕਈ ਅਕੀਦੇ ਅਤੇ ਰੱਬੀ ਗੁਣਾਂ ਨੂੰ ਜਿਉਣ ਵਾਲਾ ਹੋਵੇ। ਹੁਣ ਇਹੀ ਕਾਰਨ ਸੀ ਗੁਰੂ ਪਿਆਰ ਵਾਲਿਓ ਕਿ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਪੁੱਤਰ ਬਾਬਾ ਸ਼੍ਰੀ ਚੰਦ ਨੇ ਫਿਰ ਆਪਣੀ ਇੱਕ ਵੱਖਰੀ ਜਿਹੜੀ ਹੈ ਗੱਦੀ ਲਾ ਲਈ ਸੀ। ਉਸ ਤੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਜਦੋਂ ਗੱਦੀ ਦਿੱਤੀ, ਉਸ ਸਮੇਂ ਵੀ ਵਿਰੋਧਤਾ ਹੋਈ। ਇੱਥੋਂ ਤੱਕ ਬਾਬਾ ਦਾਤੂ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬੈਠੇ ਸਿੰਘਾਸਨ 'ਤੇ ਲੱਤ ਤੱਕ ਮਾਰ ਦਿੱਤੀ ਸੀ, ਪੈਰ ਮਾਰਿਆ, ਲੱਤ ਦਿੱਤੇ। ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗੁਰਗੱਦੀ 'ਤੇ ਵਿਰਾਜਮਾਨ ਕਰਦੇ ਨੇ ਅਤੇ ਵਿਰੋਧਤਾ ਕਰਦੇ ਨੇ ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ। ਹੁਣ ਪ੍ਰਿਥੀ ਚੰਦ ਨੇ ਕੁਝ ਕੁ ਮਸੰਦਾਂ ਨੂੰ ਆਪਣੇ ਨਾਲ ਰਲਾ ਲਿਆ ਵੀ ਮੇਰੇ ਕੋਲ ਆਓ, ਮੈਂ ਤੁਹਾਨੂੰ ਬਹੁਤੀ ਦੌਲਤ, ਬਹੁਤਾ ਧਨ ਦਿਆਂਗਾ। ਕੁਝ ਮਸੰਦ ਜਿਹੜੇ ਹਨ ਉਹ ਕਰਪਟ ਹੋ ਗਏ। ਦੌਲਤ ਦਾ ਲਾਲਚ, ਮਾਇਆ ਦਾ ਲਾਲਚ ਇਹੋ ਜਿਹਾ ਸੀ ਕਿ ਉਹਨਾਂ ਨੂੰ ਗੁਰੂ ਉਪਦੇਸ਼ ਤੋਂ ਥੜਕਾ ਦਿੱਤਾ। ਚਾਹੀਦਾ ਤਾਂ ਇਹ ਸੀ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅਕੀਦੇ ਅਨੁਸਾਰ ਸਾਰੇ ਚੱਲਦੇ, ਪਰ ਨਹੀਂ, ਕੁਝ ਕੁ ਮਾਇਆ ਦੇ ਪ੍ਰਭਾਵ ਅਧੀਨ ਹੋ ਗਏ ਅਤੇ ਪ੍ਰਿਥੀ ਚੰਦ ਕੋਲ ਚਲੇ ਗਏ। ਪ੍ਰਿਥੀ ਚੰਦ ਨੇ ਬੜੇ ਯਤਨ ਕੀਤੇ ਨੇ। ਉਹਨੇ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਬਾਰ ਸਾਹਿਬ ਦੇ ਘੇਰਾਬੰਦੀ ਵੀ ਕੀਤੀ ਵੀ ਇੱਥੇ ਅੰਦਰ ਮਾਇਆ ਨਹੀਂ ਆਉਣ ਦੇਣੀ। ਇੱਥੋਂ ਤੱਕ ਹੇਹਰ ਪਿੰਡ ਕਰਤਾਰਪੁਰ ਜਲੰਧਰ ਦੇ ਲਾਗੇ ਉਹਨੇ ਆਪਣੇ ਪਿੰਡ ਇੱਕ ਦੂਜਾ ਮਾਡਲ ਵੀ ਤਿਆਰ ਕਰ ਲਿਆ ਸੀ ਸ਼੍ਰੀ ਹਰਿਮੰਦਰ ਸਾਹਿਬ ਦਾ, ਵੀ ਲੋਕ ਮੇਰੇ ਕੋਲ ਆਉਣ। ਪਰ ਸੰਗਤਾਂ ਜਾਣਦੀਆਂ ਸਨ ਵੀ ਅਸਲ ਗੁਰੂ ਕੌਣ ਹੈ। ਇਸ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਗੁਰਗੱਦੀ 'ਤੇ ਵਿਰਾਜਮਾਨ ਹੋਏ, ਉਦੋਂ ਤਾਂ ਕੋਈ ਝਗੜਾ ਨਾ ਹੋਇਆ। ਪਰ ਜਦੋਂ ਗੁਰਗੱਦੀ ਗੁਰੂ ਹਰਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲਦੀ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪਣੇ ਪੋਤਰੇ ਨੂੰ ਦਿੰਦੇ ਨੇ। ਅਤੇ ਗੁਰੂ ਪਿਆਰ ਵਾਲਿਓ, ਉਸ ਸਮੇਂ ਬਾਬਾ ਧੀਰ ਮੱਲ ਜੀ ਜਿਹੜੇ ਹਨ, ਉਹ ਵੱਡੇ ਪੁੱਤਰ ਨੇ ਬਾਬਾ ਗੁਰਦਿੱਤਾ ਜੀ ਦੇ, ਉਹ ਵਿਰੋਧਤਾ ਕਰਦੇ ਨੇ। ਕੁਝ ਕੁ ਮਸੰਦ ਉਹਨਾਂ ਨਾਲ ਹੋ ਗਏ। ਉਸ ਤੋਂ ਬਾਅਦ ਗੁਰਗੱਦੀ ਜਦੋਂ ਮਿਲੀ ਗੁਰੂ ਹਰਕ੍ਰਿਸ਼ਨ ਮਹਾਰਾਜ ਪਾਤਸ਼ਾਹ ਜੀ ਨੂੰ ਅਤੇ ਬਾਬਾ ਰਾਮ ਰਾਏ, ਕੁਝ ਮਸੰਦ ਉਹਨਾਂ ਨਾਲ ਹੋ ਗਏ। ਤਾਂ ਇਸ ਤਰ੍ਹਾਂ ਚਾਰ ਜਿਹੜੇ ਨੇ ਉਹ ਚਾਰ ਗੱਦੀਆਂ ਲੱਗ ਗਈਆਂ ਸੋਢੀਆਂ ਦੀਆਂ। ਇੱਕ ਗੱਦੀ ਜਿਹੜੀ ਆ ਜੱਦੀ ਸੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ, ਉਹ ਗੱਦੀ ਜਿਹੜੀ ਹੈ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਤੱਕ ਰਹੀ। ਪਰ ਤਿੰਨ ਗੱਦੀਆਂ ਨਾਲ ਹੋਰ ਵੀ ਲੱਗ ਗਈਆਂ। ਇੱਕ ਪ੍ਰਿਥੀ ਚੰਦ ਦੇ ਪਰਿਵਾਰ ਦੀ, ਜਿਹੜੀ ਅੱਗੇ ਉਹਦੇ ਪੁੱਤਰ, ਫਿਰ ਅੱਗੇ ਪੋਤਰੇ ਹਰਜੀ ਤੱਕ ਰਹੀ। ਇੱਕ ਗੱਦੀ ਧੀਰਮਲ ਨੇ ਲਾ ਲਈ, ਅਸੀਂ ਵੀ ਸੋਢੀ ਗੁਰੂ ਹਾਂ। ਇੱਕ ਜਿਹੜੀ ਹੈ ਰਾਮ ਰਾਏ ਨੇ ਗੱਦੀ ਲਾ ਲਈ ਵੀ ਅਸੀਂ ਵੀ ਸੋਢੀ ਗੁਰੂ ਹਾਂ।
ਇਹਨਾਂ ਨੇ 3 ਗੱਦੀਆਂ ਨਾਲ ਗੁਰੂ ਦੇ ਲਾਈਆਂ ਵੀ ਅਸੀਂ ਵੀ ਗੁਰੂ ਹਾਂ। ਪਰ ਇਹ ਹਰ ਵਾਰੀ ਇਹਨਾਂ ਦੇ ਯਤਨ ਜਿਹੜੇ ਨੇ ਸਫਲ ਨਹੀਂ ਹੁੰਦੇ ਰਹੇ, ਕਿਉਂਕਿ ਸੰਗਤਾਂ ਨੂੰ ਪਤਾ ਸੀ ਵੀ ਅਸਲ ਗੁਰੂ ਕੌਣ ਹੈ। ਹੁਣ ਉਹ ਮਸੰਦ 4 ਹਿੱਸਿਆਂ ਵਿੱਚ ਵੰਡੇ ਗਏ। ਜਿਹੜੇ 3 ਹਿੱਸਿਆਂ ਵਿੱਚ ਵੰਡੇ ਗਏ ਉਹ ਬਹੁਤੇ ਕਰਪਟ ਹੋ ਗਏ। ਉਹਨਾਂ ਦੀ ਬਹੁਤੀ ਦੌਲਤ ਨੇ, ਲਾਲਚ ਨੇ ਮੱਤ ਮਾਰ ਦਿੱਤੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਾਂ ਆਇਆ, ਇਹ ਮਸੰਦ ਜਿਹੜੇ ਹਨ ਗੁਰੂ ਪਿਆਰ ਵਾਲਿਓ, ਬਹੁਤੀ ਦੌਲਤ ਜਿਹੜੀ ਹੈ ਉਹ ਸੰਗਤਾਂ ਤੋਂ ਲੈ ਕੇ ਤੇ ਆਪ ਹੀ ਰੱਖ ਜਾਂਦੇ ਸਨ। ਗੁਰੂ ਘਰ ਤੱਕ ਪਹੁੰਚਣ ਨਹੀਂ ਸਨ ਦਿੰਦੇ, ਆਪ ਖਾ ਜਾਂਦੇ ਸਨ ਤੇ ਸੰਗਤਾਂ ਨੂੰ ਤੰਗ ਵੀ ਲੱਗ ਗਏ ਸਨ ਕਰਨ। ਕਦੀ ਕਦੀ ਗੁਰੂ ਪਾਤਸ਼ਾਹ ਜੀ ਕੋਲ ਕੋਈ ਗਰੀਬ ਸਿੱਖ ਆ ਕੇ ਉਹਨੇ ਆਖਣਾ ਵੀ ਸਤਿਗੁਰੂ ਮੈਂ ਭੇਟਾ ਘੱਲੀ ਸੀ, ਮਹਾਰਾਜ ਨੇ ਆਖਿਆ ਪਹੁੰਚੀ ਨਹੀਂ, ਉਹਨੇ ਫਲਾਣੇ ਮਸੰਦ ਨੂੰ ਦਿੱਤੀ ਸੀ, ਤੇ ਉਹਦਾ ਪਾਜ ਉਗੜ ਜਾਣਾ, ਪਤਾ ਲੱਗ ਜਾਣਾ। ਇਸੇ ਤਰ੍ਹਾਂ ਹੀ ਇੱਕ ਸਿੱਖ ਆਇਆ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ, ਸਤਿਗੁਰੂ ਮੈਂ 2 ਸੋਨੇ ਦੇ ਕੰਗਣ ਭੇਜੇ ਸਨ ਮਾਤਾ ਗੁਜਰੀ ਜੀ ਵਾਸਤੇ। ਹੁਣ ਗੁਰੂ ਮਹਾਰਾਜ ਨੇ ਆਖਿਆ ਵੀ ਪਹੁੰਚੇ ਨਹੀਂ। ਪਹਿਲਾਂ ਤਾਂ ਉਸ ਸਿੱਖ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਵੀ ਜੇ ਅੰਦਰ ਚਲਾ ਗਿਆ ਤਾਂ ਅਸਲੀਅਤ ਪਤਾ ਲੱਗ ਜਾਏਗੀ। ਉਹ ਕਈ ਦਿਨ ਤੱਕ ਬਾਹਰ ਬੈਠਾ ਰਿਹਾ। ਇੱਕ ਦਿਨ ਮਹਾਰਾਜ ਆਪ ਘੋੜੇ 'ਤੇ, ਕਿਉਂਕਿ ਸਿੱਖ ਗੁਰੂ ਗੁਰੂ ਜਪਦਾ ਸੀ, ਮਹਾਰਾਜ ਆਪ ਬਾਹਰ ਘੋੜੇ 'ਤੇ ਨਿਕਲੇ ਤੇ ਉਹ ਸਿੱਖ ਨੇ ਭੱਜ ਕੇ ਮਹਾਰਾਜ ਦੇ ਚਰਨ ਫੜ ਲਏ। ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਫੜ ਕੇ ਰੋਣ ਲੱਗ ਪਿਆ। ਮਹਾਰਾਜ ਨੇ ਉਹਨੂੰ ਉਤਰ ਕੇ ਥੱਲੇ ਗੱਲ ਨਾ ਲਾਇਆ, ਭਾਈ ਸਿੱਖਾ ਕੀ ਗੱਲ, ਸਤਿਗੁਰੂ ਬੜੇ ਦਿਨ ਹੋ ਗਏ ਨੇ ਤੁਹਾਡੇ ਦਰਸ਼ਨਾਂ ਹਿਰਦੇ ਵਿੱਚ ਤਾਂ ਗਏ, ਪਰ ਆ ਵੇਖੋ ਮੈਨੂੰ ਅੰਦਰ ਨਹੀਂ ਜਾਣ ਦਿੰਦੇ, ਮਸੰਦ ਅੰਦਰ ਨਹੀਂ ਸਨ ਜਾਣ ਦਿੰਦੇ, ਸਤਿਗੁਰੂ ਮਸੰਦ ਅੰਦਰ ਨਹੀਂ ਜਾਣ ਦਿੰਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਸਿੱਖ ਨੂੰ ਅੰਦਰ ਲੈ ਕੇ ਗਏ, ਬੜੇ ਪਿਆਰ ਨਾਲ ਬਿਠਾਇਆ, ਨਾਲੇ ਪੁੱਛਿਆ। ਉਹਨੇ ਆਖਿਆ ਸਤਿਗੁਰੂ ਮੈਂ 2 ਕੰਗਣ ਘੱਲੇ ਸਨ, ਪਹੁੰਚੇ ਨੇ? ਮਹਾਰਾਜ ਨੇ ਆਖਿਆ ਨਹੀਂ। ਸਤਿਗੁਰੂ ਬੜੀ ਭਾਵਨਾ ਨਾਲ ਬੜੀ ਮਿਹਨਤ ਕਰਕੇ ਬਣਾਏ ਸਨ। ਗੁਰੂ ਚਰਨਾਂ ਵਿੱਚ ਭੇਟਾ ਲੈ ਭੇਜੀ ਸੀ। ਕਿਹਨੂੰ ਭੇਜੀ ਸੀ? ਕਹਿਣਗੇ ਚੇਤੋ ਮਸੰਦ ਨੂੰ। ਬੁਲਾਇਆ ਗਿਆ ਚੇਤੋ ਮਸੰਦ ਨੂੰ। ਉਹ ਆਖਣ ਲੱਗਾ ਵੀ ਤੁਸੀਂ ਹੁਣ ਸਾਡੇ 'ਤੇ ਇਲਜ਼ਾਮ ਲੱਗ ਗਏ ਹੋ ਲਾਉਣ, ਅਸੀਂ ਚੋਰ ਹਾਂ। ਜਦੋਂ ਇਹ ਸ਼ਬਦ ਉਹਨੇ ਵਰਤੇ, ਮਹਾਰਾਜ ਨੇ ਆਖਿਆ ਵੀ ਚੇਤੋ ਇਹ ਤਾਂ ਸਾਨੂੰ ਪਤਾ ਹੈ ਵੀ ਭੇਟਾ ਆਈ ਹੈ, ਪਰ ਸਾਡੇ ਤੱਕ ਨਹੀਂ ਆਈ। ਉਹਨੇ ਆਖਿਆ ਸਤਿਗੁਰੂ ਮੈਂ ਨਹੀਂ ਲਏ। ਮਹਾਰਾਜ ਨੇ ਉਸੇ ਸਮੇਂ ਇੱਕ ਸਿੱਖ ਨੂੰ ਚੇਤੋ ਮਸੰਦ ਦੇ ਘਰ ਘੱਲਿਆ। ਉਹਨੇ ਉਹ ਕੰਗਣ ਆਪਣੀ ਘਰਵਾਲੀ ਨੂੰ ਦਿੱਤੇ ਸਨ। ਹੁਣ ਚੇਤੋ ਜਿਹੜਾ ਘਬਰਾ ਗਿਆ, ਜਦੋਂ ਸਿੱਖ ਗਿਆ ਉਹਦੀ ਘਰਵਾਲੀ ਕੋਲ, ਉਹਨੇ ਜਾ ਕੇ ਆਖਿਆ ਵੀ ਚੇਤੋ ਨੇ ਕੰਗਣ ਮੰਗਾਏ ਨੇ ਜਿਹੜੇ ਦਿੱਤੇ ਸਨ। ਹੁਣ ਘਰਵਾਲੀ ਨੂੰ ਥੋੜ੍ਹਾ ਪਤਾ ਸੀ ਵੀ ਚੇਤੋ ਨੇ ਘੱਲਿਆ ਕਿ ਗੁਰੂ ਨੇ ਘੱਲਿਆ। ਉਹਨੇ ਉਹ ਕੰਗਣ ਕੱਢ ਕੇ ਦੇ ਦਿੱਤੇ। ਜਦੋਂ ਦਿੱਤੇ ਤੇ ਉਹ ਸਿੱਖ ਲੈ ਕੇ ਗੁਰੂ ਚਰਨਾਂ ਵਿੱਚ ਆ ਗਿਆ। ਚੇਤੋ ਦਾ ਪਾਜ ਉਗੜ ਗਿਆ। ਮਹਾਰਾਜ ਨੇ ਵਿਚਾਰ ਬਣਾ ਲਈ ਵੀ ਹੁਣ ਪਹਿਲੀ ਗੱਲ ਤੇ ਅੱਜ ਤੋਂ ਬਾਅਦ ਗੱਦੀ ਜਿਹੜੀ ਹੈ, ਕਹਿ ਲਗੇ ਗੁਰੂ ਗੱਦੀ ਗੁਰੂ ਵਿਅਕਤੀ ਕੋਲ ਨਹੀਂ ਹੋਣਾ। ਅੱਜ ਤੋਂ ਬਾਅਦ ਇਹ ਬਿਲਕੁਲ ਬੰਦ ਕਰ ਦੇਣਾ ਹੈ। ਕਿਉਂ? ਇਸੇ ਤਰ੍ਹਾਂ ਅਗਰ ਅੱਗੇ ਚੱਲਦਾ ਰਿਹਾ ਤੇ ਇਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਦੇ ਵਿੱਚ ਦੁਬਿਧਾ ਪੈਦਾ ਕਰ ਦੇਣੀ। ਇੱਕ ਇਹ ਵੀ ਕਾਰਨ ਸੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਦਾ। ਕਲਗੀਧਰ ਪਾਤਸ਼ਾਹ ਜੀ ਨੇ ਅੱਗੇ ਫਿਰ ਸਰੀਰਕ ਤੌਰ 'ਤੇ ਅੱਗੇ ਫਿਰ ਗੱਦੀ ਜਿਹੜੀ ਹੈ ਤੋੜਨ ਦਾ ਜਿਹੜਾ ਉਹ ਮਨ ਜਿਹੜਾ ਉਹ ਨਹੀਂ ਬਣਾਇਆ ਵੀ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦੇਣ ਦਾ ਸਮਾਂ ਸਹੀ ਆ ਗਿਆ ਹੈ। ਇੱਕ ਕਾਰਨ ਇਹ ਵੀ ਸੀ। ਦੂਸਰਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਮਸੰਦਾਂ ਦਾ ਜਿਨ੍ਹਾਂ ਨੇ ਇਹ ਪਾਪ ਗੁਨਾਹ ਕੀਤੇ ਸਨ, ਮਹਾਰਾਜ ਨੇ ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ। ਭਾਈ ਅੱਜ ਤੋਂ ਬਾਅਦ ਨਾਲੇ ਬਚਨ ਕਰਤਾ ਵੀ ਜਿਹੜੀ ਮਾਇਆ ਹੈ, ਭੇਟਾ ਹੈ, ਉਹ ਸੰਗਤਾਂ ਸਿੱਧਾ ਗੁਰੂ ਘਰ ਵਿੱਚ ਲੈ ਕੇ ਆਉਣ, ਇਹਨਾਂ ਮਸੰਦਾਂ ਨੂੰ ਨਾ ਦੇਣ। ਹਾਲਾਂਕਿ ਕਈ ਮਸੰਦ ਚੰਗੇ, ਇੱਕ ਦਿਨ ਮੈਂ ਜ਼ਿਕਰ ਕੀਤਾ ਸੀ ਬਾਬਾ ਫੇਰੂ ਜੀ ਵਰਗੇ ਮਸੰਦ ਵੀ ਹੋਏ ਨੇ, ਜਿਨ੍ਹਾਂ ਨੂੰ ਮਹਾਰਾਜ ਨੇ ਸਿਰਪਾਓ ਵੀ ਬਖਸ਼ੇ ਅਤੇ ਆਖਿਆ ਧੰਨ ਤੁਹਾਡੀ ਸੇਵਾ, ਵੀ ਤੁਹਾਡੇ ਵਰਗੇ ਜਿਹੜੇ ਸਿੱਖ ਹਨ ਉਹ ਈਮਾਨ ਸੱਚ ਹੱਕ ਦੀ ਕਮਾਈ ਕਰਕੇ ਅਤੇ ਉਹਦੇ ਵਿੱਚੋਂ ਦਸਵੰਧ ਕੱਢ ਕੇ ਅਤੇ ਉਹ ਗੁਰੂ ਦੀ ਦਸੀ ਸੇਵਾ ਨੂੰ ਕਮਾ ਰਹੇ ਹਨ। ਬਲਕਿ ਸੰਗਤਾਂ ਦੀ ਕਾਰ ਭੇਟਾਂ ਨੂੰ ਉਹ ਇਸ ਤਰ੍ਹਾਂ ਵਰਤਦੇ ਸਨ ਵੀ ਜਿਹੜੀ ਗੁਰੂ ਦੀ ਗੋਲਕ ਹੈ, ਗੁਰੂ ਦੀ ਗੋਲਕ ਅਤੇ ਗਰੀਬ ਦਾ ਮੂੰਹ। ਭਾਵੇਂ ਅੱਜ ਸਾਨੂੰ ਇਹ ਨਜ਼ਰ ਨਹੀਂ ਆਉਂਦੀ, ਉਹ ਗੱਲ ਵੱਖਰੀ ਹੈ। ਹੁਣ ਫਿਰ ਸਮਾਂ ਬਦਲ ਗਿਆ ਹੈ। ਹੁਣ ਵੀ ਆਪਾਂ ਦੀ ਵਰਤੋਂ ਜਿਹੜੀ ਆ ਉਹ ਬਹੁਤੀ ਗੁਰਦੁਆਰਿਆਂ ਨੂੰ ਸ਼ਿੰਗਾਰਨ ਅਤੇ ਬਣਾਉਣ 'ਤੇ ਲੱਗ ਪਈ ਹੈ। ਆਪਾਂ ਉਸ ਪਾਸੇ ਧਿਆਨ ਨਹੀਂ ਦਿੰਦੇ ਜਿਸ ਪਾਸੇ ਦੇਣਾ ਚਾਹੀਦਾ ਹੈ। ਅੱਜ ਹੁਣ ਗੁਰਦੁਆਰਿਆਂ ਦੀ ਇੰਨੀ ਲੋੜ ਨਹੀਂ ਹੁੰਦੀ। ਇੱਕ ਪਿੰਡ 'ਚ 5-5 ਗੁਰਦੁਆਰੇ ਬਣ ਗਏ ਨੇ। ਲੱਖਾਂ ਦੀ ਤਾਦਾਦ ਵਿੱਚ ਗੁਰਦੁਆਰੇ ਬਣ ਚੁੱਕੇ ਨੇ।
ਹੁਣ ਲੋੜ ਹੈ ਗੁਰਦੁਆਰੇ ਬਣਾਉਣ ਦੀ ਨਹੀਂ, ਹੁਣ ਸਿੱਖ ਜਿਹੜੇ ਹਨ ਉਹ ਸਿੱਖੀ ਵਿੱਚ ਪਰਪੱਕ ਹੋਣ। ਗੁਰਦੁਆਰੇ ਬਣਾਏ ਸਨ ਇਸ ਕਰਕੇ ਵੀ ਇੱਥੇ ਸਿੱਖੀ ਦਾ ਪ੍ਰਚਾਰ ਹੋ ਸਕੇ। ਗੁਰਦੁਆਰੇ ਇੱਕ ਸਕੂਲ ਦਾ ਕੰਮ ਕਰਦੇ ਨੇ, ਜਿੱਥੇ ਹਰ ਇੱਕ ਸਿੱਖ ਵਿਦਿਆਰਥੀ ਬਣ ਕੇ, ਸਟੂਡੈਂਟ ਬਣ ਕੇ ਆਵੇ ਅਤੇ ਗੁਰੂ ਕੋਲੋਂ ਗੁਰੂ ਉਪਦੇਸ਼ ਲੈ ਕੇ ਆਪਣਾ ਜੀਵਨ ਸਵਾਰੇ। ਪਰ ਹੁਣ ਆਪਾਂ ਦੂਜੇ ਪਾਸੇ ਲੱਗ ਗਏ ਹਾਂ। ਇਹੀ ਕਾਰਨ ਹੈ ਕਿ ਆਪਾਂ ਜਿੱਥੇ ਮਾਇਆ ਦੀ ਦੁਰਵਰਤੋਂ ਕਰ ਰਹੇ ਹਾਂ, ਉੱਥੇ ਆਪਾਂ ਇਸ ਗੱਲ ਨੂੰ ਸਮਝੀਏ ਵੀ ਇਸ ਮਾਇਆ ਦੀ ਸਹੀ ਵਰਤੋਂ ਕਰੀਏ। ਚੰਗੇ ਸਕੂਲ ਬਣਾਏ ਜਾਣ, ਚੰਗੇ ਹੌਸਪੀਟਲ ਖੋਲ੍ਹੇ ਜਾਣ, ਚੰਗੇ ਵਿਦਵਾਨ, ਚੰਗੇ ਇੰਜੀਨੀਅਰ, ਚੰਗੇ ਡਾਕਟਰ ਪੈਦਾ ਕੀਤੇ ਜਾਣ, ਚੰਗੇ ਟੀਚਰ ਪੈਦਾ ਕੀਤੇ ਜਾਣ, ਜਿਹੜੇ ਸਮਾਜ ਨੂੰ ਸੇਧ ਦੇਣ, ਸਮਾਜ ਨੂੰ ਸੁਨਹਿਰਾ ਭਵਿੱਖ ਦੇਣ, ਸਮਾਜ ਦੇ ਵਿੱਚ ਇੱਕ ਚੰਗਾ ਸੁਨੇਹਾ ਜਾਵੇ ਵੀ ਫਲਾਣੀ ਥਾਂ ਤੋਂ ਇੱਕ ਚੰਗਾ ਟੀਚਰ ਬਣਿਆ, ਚੰਗਾ ਡਾਕਟਰ ਬਣਿਆ, ਚੰਗਾ ਇੰਜੀਨੀਅਰ ਬਣਿਆ, ਚੰਗਾ ਅਫਸਰ ਬਣਿਆ। ਆਪਾਂ ਉੱਥੇ ਵਰਤੋਂ ਕਰੀਏ, ਸਹੀ ਮਾਇਆ ਦੀ ਸਹੀ ਥਾਂ 'ਤੇ ਵਰਤੋਂ ਕਰਾਂਗੇ ਅਤੇ ਫਿਰ ਉਹਦੇ ਰਿਜ਼ਲਟ ਵੀ ਚੰਗੇ ਆਉਣਗੇ। ਅਤੇ ਜੇ ਆਪਾਂ ਇਹਦੀ ਸਹੀ ਵਰਤੋਂ ਨਹੀਂ ਕਰਾਂਗੇ ਤਾਂ ਨਤੀਜੇ ਸਾਡੇ ਸਾਹਮਣੇ ਨੇ, ਫਿਰ ਉਹ ਕਹਿਣ ਦੀ ਲੋੜ ਨਹੀਂ। ਸੋ ਗੁਰੂ ਪਿਆਰ ਵਾਲਿਓ, ਕਲਗੀਧਰ ਮਹਾਰਾਜ ਪਾਤਸ਼ਾਹ ਜੀ ਨੇ ਉਹ ਮਸੰਦ ਸ਼ਬਦ, ਹਾਲਾਂਕਿ ਇੰਨਾ ਵਿਗੜ ਗਿਆ ਸ਼ਬਦ ਬਾਅਦ ਦੇ ਵਿੱਚ, ਲੋਕ ਕਿਸੇ ਨੂੰ ਮਾੜਾ ਕਹਿੰਦੇ, ਕਿ ਗਾਲ ਕੱਢਣੀ ਹੋਵੇ ਤਾਂ ਕਹਿੰਦੇ ਫਲਾਣਾ ਮਸੰਦ ਹੈ। ਅੱਜ ਵੀ ਆਪਾਂ ਵੇਖ ਲੈਂਦੇ ਹਾਂ ਨਾ, ਕਿਸੇ ਨੂੰ ਗਾਲ ਕੱਢਣੀ ਹੋਵੇ, ਮਾੜਾ ਕਹਿਣਾ ਹੋਵੇ ਤਾਂ ਆਪਾਂ ਸ਼ਬਦ ਨਹੀਂ ਵਰਤਦੇ, ਗਾਲ ਨਹੀਂ ਕੱਢਦੇ, ਕਹਿੰਦੇ ਫਲਾਣਾ ਮਸੰਦ ਹੈ। ਕਿਉਂਕਿ ਉਹ ਕਿਰਦਾਰ ਹੀ ਇੰਨਾ ਥੱਲੇ ਡੇਗ ਦਿੱਤਾ ਉਹਨਾਂ ਲੋਕਾਂ ਨੇ, ਸ਼ਬਦ ਨੂੰ ਵਿਗਾੜ ਕੇ ਰੱਖ ਦਿੱਤਾ। ਇਸੇ ਤਰ੍ਹਾਂ ਹੀ ਸ਼ਬਦ ਬਾਬਾ ਸ਼ਬਦ ਬੜਾ ਉੱਚਾ ਸ਼ਬਦ ਸੀ, ਆਪਾਂ ਸਤਿਕਾਰਯੋਗ ਸ਼ਬਦ ਸੀ ਬਾਬਾ ਸ਼ਬਦ, ਪਰ ਅੱਜ ਕੱਲ੍ਹ ਬਾਬਿਆਂ ਨੇ ਇਸ ਸ਼ਬਦ ਨੂੰ ਇੰਨਾ ਡੇਗ ਦਿੱਤਾ, ਲੋਕ ਇਹ ਸ਼ਬਦ ਸੁਣਨ ਤੋਂ ਵੀ ਡਰਦੇ ਨੇ, ਕਿਤੇ ਬਾਬਾ ਸ਼ਬਦ ਕਹਿ ਦਿੱਤਾ। ਕਿਉਂਕਿ ਸ਼ਬਦ ਬੜਾ ਉੱਚਾ ਸੀ ਪਰ ਕਿਰਦਾਰ ਬੜਾ ਮਾੜਾ ਸੀ। ਮਾੜੇ ਕਿਰਦਾਰ ਕਾਰਨ ਸ਼ਬਦ ਜਿਹੜੇ ਹਨ ਉਹ ਕਈ ਵਾਰੀ ਬਹੁਤ ਨੀਵੇਂ ਹੋ ਜਾਇਆ ਕਰਦੇ ਨੇ, ਡਿੱਗ ਪੈਂਦੇ ਨੇ ਥੱਲੇ। ਤਾਂ ਜੇ ਚੰਗਾ ਕਿਰਦਾਰ ਹੋਵੇ ਅਤੇ ਸ਼ਬਦ ਨਾਲ ਜੁੜਿਆ ਹੋਵੇ, ਅਤੇ ਸ਼ਬਦ ਦੀ ਮਹਿਮਾ ਦੇ ਨਾਲ, ਜਿੱਥੇ ਵਿਅਕਤੀ ਦੀ ਮਹਿਮਾ ਹੁੰਦੀ ਹੈ ਉੱਥੇ ਉਹ ਸ਼ਬਦ ਦੀ ਮਹਿਮਾ ਹੋਰ ਉੱਚੀ ਹੋ ਜਾਂਦੀ ਹੈ। ਸੋ ਗੁਰੂ ਪਿਆਰ ਵਾਲਿਓ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਫਿਰ ਮਸੰਦ ਪ੍ਰਥਾ ਬੰਦ ਕੀਤੀ, ਸਿੱਖਾਂ ਨੂੰ ਹੁਕਮ ਕੀਤਾ ਬਾਣੀ ਨਾਲ ਜੁੜੋ, ਬਾਣੀ ਨਾਲ ਜੁੜੋ, ਨਾਲ ਹੀ ਕਾਰ ਭੇਟਾਵਾਂ ਸਿੱਧੀਆਂ ਲੈ ਕੇ ਆਓ। ਅਤੇ ਸਿੱਖ ਫਿਰ ਉਸ ਦਿਨ ਤੋਂ ਬਾਅਦ ਆਪ ਭੇਟਾਵਾਂ ਲੈ ਕੇ ਗੁਰੂ ਚਰਨਾਂ ਵਿੱਚ ਆਉਂਦੇ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਰਹਿਮਤਾਂ ਬਖਸ਼ਿਸ਼ਾਂ ਜਿਹੜੀਆਂ ਆਨੰਦਪੁਰੀ ਵਿੱਚ ਰਹਿੰਦੇ ਹੋਏ ਕੀਤੀਆਂ ਹਨ। ਬਾਕੀ ਇਤਿਹਾਸ ਦੀ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਸਾਂਝੀ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।